ਵਿਨਿੰਗ ਪੰਜਾਬ ਦਾ ਸਪੈਸ਼ਲ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਲਖਵਿੰਦਰ ਸਿੰਘ ਮਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਰਾਜਨੀਤੀ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਮਨਪ੍ਰੀਤ ਇਆਲੀ ਦੀ। ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਮਨਪ੍ਰੀਤ ਇਆਲੀ ਜਿਨ੍ਹਾਂ ਦੇ ਉੱਪਰ ਆਈਟੀ ਦੀ ਇੱਕ ਵੱਡੀ ਰੇਡ ਹੋਈ ਸੀ। ਰੇਡ ਦੇ ਵਿੱਚ ਕੀ ਕੁਝ ਜ਼ਬਤ ਕੀਤਾ ਗਿਆ ਤੇ ਰੇਡ ਕਿੰਨਾ ਲੰਮਾ ਟਾਈਮ ਚੱਲੀ, ਇਸ ਬਾਰੇ ਗੱਲਬਾਤ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਕੈਪਟਨ ਅਮਰਿੰਦਰ ਸਿੰਘ ਦੀ। ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਦੇ ਸ਼ਾਹੀ ਸ਼ਹਿਰ ਦੇ ਵਿੱਚ ਇੱਕ ਵੱਡਾ ਝਟਕਾ ਲੱਗਿਆ। ਕਾਂਗਰਸ ਸਰਕਾਰ ਵੱਲੋਂ ਵੱਡਾ ਝਟਕਾ, ਕਿਸ ਤਰ੍ਹਾਂ ਦਾ ਉਹ ਝਟਕਾ, ਉਸ ਬਾਰੇ ਗੱਲਬਾਤ ਕਰਾਂਗੇ। ਗੱਲਬਾਤ ਕਰਾਂਗੇ ਨਵਜੋਤ ਸਿੰਘ ਸਿੱਧੂ ਦੀ, ਜਿਨ੍ਹਾਂ ਦੇ ਉੱਪਰ ਭਾਜਪਾ ਦੀ ਸੈਂਟਰ ਸਰਕਾਰ ਵੱਲੋਂ ਵਿਦੇਸ਼ ਮੰਤਰਾਲੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਿਆ। ਸਖਤ ਪਾਬੰਦੀਆਂ ਲਗਾਈਆਂ ਗਈਆਂ ਨੇ ਨਵਜੋਤ ਸਿੰਘ ਸਿੱਧੂ ਦੇ ਉੱਪਰ। ਕਿਸ ਤਰ੍ਹਾਂ ਦੀਆਂ ਉਹ ਪਾਬੰਦੀਆਂ ਨੇ, ਉਸ ਬਾਰੇ ਗੱਲਬਾਤ ਕਰਾਂਗੇ। ਤੇ ਗੱਲਬਾਤ ਕਰਾਂਗੇ ਐਸਟੀਐਫ ਦੀ ਰਿਪੋਰਟ ਦੀ, ਕਿ ਅੱਜ ਰਿਪੋਰਟ ਜਨਤਕ ਹੋਏਗੀ ਜਾਂ ਨਹੀਂ। ਲੇਕਿਨ ਜਨਤਕ ਹੋਣ ਤੋਂ ਪਹਿਲਾਂ, ਐਸਟੀਐਫ ਦੀ ਰਿਪੋਰਟ ਜਨਤਕ ਹੋਣ ਤੋਂ ਪਹਿਲਾਂ ਹੀ ਵਿਕਰਮਜੀਤ ਸਿੰਘ ਮਜੀਠੀਆ ਦੇ ਵੱਲੋਂ ਇੱਕ ਪਟੀਸ਼ਨ ਕੋਰਟ ਦੇ ਵਿੱਚ ਦਾਖਲ ਕਰ ਦਿੱਤੀ ਗਈ। ਕਿਉਂ ਉਹ ਪਟੀਸ਼ਨ ਦਾਖਲ ਕੀਤੀ ਹੈ ਤੇ ਕਿਸ ਮੁੱਦੇ ਨੂੰ ਲੈ ਕੇ ਪਟੀਸ਼ਨ ਦਾਖਲ ਕੀਤੀ ਹੈ ਮਜੀਠੀਆ ਦੇ ਵੱਲੋਂ, ਇਸ ਬਾਰੇ ਵੀ ਗੱਲਬਾਤ ਕਰਾਂਗੇ। ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਾਂਗੇ। ਅਣਖੀ ਸਾਹਿਬ, ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਅਣਖੀ ਸਾਹਿਬ, ਸਭ ਤੋਂ ਪਹਿਲਾਂ ਆਪਾਂ ਅੱਜ ਗੱਲ ਕਰਾਂਗੇ ਨਵਜੋਤ ਸਿੰਘ ਸਿੱਧੂ ਦੀ ਜੀ। ਨਵਜੋਤ ਸਿੰਘ ਸਿੱਧੂ ਦੇ ਵਿਰੁੱਧ ਇੱਕ ਵੱਡੀ ਸਾਜ਼ਿਸ਼ ਸੈਂਟਰ ਸਰਕਾਰ ਵੱਲੋਂ ਰਚੀ ਗਈ ਹੈ। ਜਿਵੇਂ ਕਿ ਅੱਜ ਪੂਰੀ ਕੈਬਨਿਟ ਨੇ, ਪੰਜਾਬ ਦੀ ਕੈਬਨਿਟ ਨੇ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਜਾਣਾ ਸੀ ਤੇ ਉਹਨਾਂ ਨੇ ਆਨਲਾਈਨ ਅਪਲਾਈ ਵੀ ਕੀਤਾ ਸੀ ਪੂਰੀ ਕੈਬਨਿਟ ਨੇ। ਲੇਕਿਨ ਸਿਰਫ ਔਰ ਸਿਰਫ ਨਵਜੋਤ ਸਿੰਘ ਸਿੱਧੂ ਦੇ ਉੱਪਰ ਪਾਬੰਦੀ ਲਗਾਈ ਗਿਆ, ਉਹਨਾਂ ਨੂੰ ਕਰਤਾਰਪੁਰ ਜਾਣ ਦੀ ਇਜਾਜ਼ਤ ਨਹੀਂ ਮਿਲੀ। ਕਿਵੇਂ ਦੇਖ ਰਹੇ ਹੋ ਵਿਦੇਸ਼ ਮੰਤਰਾਲੇ ਦੇ ਇਸ ਰਵੱਈਏ ਨੂੰ? ਆ ਦੇਖੋ, ਇੱਕ ਮਾਨ ਸਾਹਿਬ ਗੱਲ ਇਹ ਹੈ, ਤੇ ਜੇ ਤੇ ਅਸੀਂ ਨਵਜੋਤ ਸਿੰਘ ਸਿੱਧੂ ਨੂੰ ਮਤਲਬ ਵੇਖੀਏ ਕਿ ਇੱਕ ਝਟਕਾ ਜਿਹੜਾ ਕੇਂਦਰ ਦੀ ਜਿਹੜੀ ਸਰਕਾਰ ਆ ਉਹਦੇ ਵੱਲੋਂ ਦਿੱਤਾ ਗਿਆ, ਕੁਝ ਹੱਦ ਤੱਕ ਇਹ ਗੱਲ ਕਹੀ ਜਾ ਸਕਦੀ ਹੈ ਕਿ ਕੇਂਦਰ ਸਰਕਾਰ ਨੇ ਉਹਨਾਂ ਨੂੰ ਜਾਣ ਦੀ, ਜਿਹੜਾ ਭਾਰਤ ਸਰਕਾਰ ਦਾ ਵਿਦੇਸ਼ ਮੰਤਰਾਲਾ, ਉਹਨਾਂ ਨੇ ਇਜਾਜ਼ਤ ਨਹੀਂ ਦਿੱਤੀ। ਪਰ ਅਸਲ ਦੇ ਵਿੱਚ ਅਗਰ ਵੇਖਿਆ ਜਾਵੇ ਤਾਂ ਇਹ ਕੋਈ ਟੈਕਨੀਕਲ ਇਸ਼ੂ ਜਿਹੜਾ ਹੋ ਸਕਦਾ, ਕਿਉਂਕਿ ਦੋ ਗੱਲਾਂ ਤੁਸੀਂ ਸਟਾਰਟ ਤੇ ਕੀਤੀਆਂ ਨੇ ਕਿ ਇੱਕ ਸਮੁੱਚੀ ਕੈਬਨਿਟ ਜਿਹੜੀ ਆ ਪੰਜਾਬ ਦੀ ਜਾ ਰਹੀ ਹੈ, ਤਾਂ ਕੈਬਨਿਟ ਦੇ ਵਿੱਚ ਕੈਬਨਿਟ ਦਾ ਹਿੱਸਾ ਨਵਜੋਤ ਸਿੰਘ ਸਿੱਧੂ ਨਹੀਂ ਹੈਗਾ। ਪਹਿਲਾਂ ਤਾਂ ਇਸ ਗੱਲ ਨੂੰ ਯਾਦ ਰੱਖੋ, ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ, ਪੰਜਾਬ ਕੈਬਨਿਟ ਦਾ ਉਹ ਹਿੱਸਾ ਨਹੀਂ ਹੈਗੇ। ਇੱਕ ਕਾਰਨ ਇਹ ਹੋ ਸਕਦਾ ਕਿ ਕੈਬਨਿਟ ਦੇ ਪੱਧਰ ਤੇ ਸਾਰੇ ਲੋਕਾਂ ਨੇ ਅਪਲਾਈ ਕੀਤਾ ਹੋਵੇ ਤਾਂ ਉਹਨਾਂ ਨੂੰ ਵੀਜ਼ਾ ਉਸ ਆਧਾਰ ਤੇ ਨਾ ਮਿਲਿਆ ਹੋਵੇ। ਪਰ ਕਿਉਂਕਿ ਇਹ ਜਿਹੜਾ ਕਰਤਾਰਪੁਰ ਲਾਂਘਾ ਹਰ ਗੁਰਸਿੱਖ ਵਾਸਤੇ, ਹਰ ਨਾਨਕ ਨਾਮਦੇਵਾ ਬੰਦੇ ਵਾਸਤੇ, ਕੋਈ ਵੀ ਬੰਦਾ ਭਾਵੇਂ ਉਹ ਕੈਬਨਿਟ ਦਾ ਹਿੱਸਾ ਹੈ ਜਾਂ ਨਹੀਂ ਹੈ, ਉਹਦੇ ਵੱਲੋਂ ਅਪਲਾਈ ਕਰ ਸਕਦਾ। ਉਹ ਬੰਦਾ ਜਾ ਸਕਦਾ, ਤੁਸੀਂ ਕਰ ਸਕਦੇ, ਮੈਂ ਕਰ ਸਕਦੇ, ਤਾਂ ਫਿਰ ਉਹ ਕਿਉਂ ਨਹੀਂ ਕਰ ਸਕਦਾ? ਇਹਦੇ ਪਿੱਛੇ ਤਾਂ ਫਿਰ ਜਿਹੜੇ ਦੋ ਤਿੰਨ ਕਾਰਨ ਨਜ਼ਰ ਆਉਂਦੇ ਨੇ ਕਿ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਹੋਣੀ, ਪਤਾ ਨਹੀਂ ਕਿਉਂ ਜੇਕਰ ਮੈਨੂੰ ਅਚਾਨਕ ਗੱਲ ਕੀਤੀ, ਕੈਪਟਨ ਅਮਰਿੰਦਰ ਸਿੰਘ ਹੋਣੀ ਜਿਸ ਤਰੀਕੇ ਨਾਲ ਨਵਜੋਤ ਸਿੱਧੂ ਨੂੰ ਆਧਾਰ ਬਣਾਉਂਦੇ ਰਹੇ ਆ, ਨਵਜੋਤ ਸਿੱਧੂ ਨੂੰ ਇਹ ਕਹਿੰਦੇ ਰਹੇ ਕਿ ਇਮਰਾਨ ਖਾਨ ਨਾਲ ਉਹਦੀ ਦੋਸਤੀ ਹੈ, ਜਨਰਲ ਬਾਜਵੇ ਨਾਲ ਦੋਸਤੀ ਆ, ਬਹੁਤ ਕੁਝ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦੌਰ 'ਚ ਨਵਜੋਤ ਸਿੰਘ ਸਿੱਧੂ ਦੇ ਇਸ ਪੱਖ ਨੂੰ, ਪਾਕਿਸਤਾਨੀ ਪਿਆਰ ਨੂੰ ਆਧਾਰ ਬਣਾ ਕੇ ਬਿਆਨਬਾਜ਼ੀ ਜਿਹੜੀ ਕੀਤੀ ਹੈ। ਔਰ ਦੂਜੇ ਬੰਨੇ ਕੈਪਟਨ ਅਮਰਿੰਦਰ ਸਿੰਘ ਦਾ ਕੇਂਦਰ ਦੇ ਵਿੱਚ ਕੀ ਆਧਾਰ ਆ ਜਾਂ ਕੀ ਪ੍ਰਭਾਵ ਹੈਗਾ, ਇਹ ਵੀ ਸਾਨੂੰ ਸਾਰਿਆਂ ਨੂੰ ਪਤਾ। ਹੋ ਸਕਦਾ ਕਿ ਉਸ ਗੱਲ ਦੇ ਕਿੜ ਦੇ ਆਧਾਰ ਤੇ ਉੱਤੇ ਨਵਜੋਤ ਸਿੱਧੂ ਨੂੰ ਟਾਰਗੇਟ ਕੀਤਾ ਗਿਆ ਹੋਵੇ, ਜਾਂ ਉਹਦਾ ਜਾਣ ਬੁੱਝ ਕੇ ਜਿਹੜਾ ਇਹ ਵੀਜ਼ਾ ਉਹ ਜਾਂ ਉਸ ਨੂੰ ਇਜਾਜ਼ਤ ਨਹੀਂ ਦਿੱਤੀ। ਹਾਲਾਂਕਿ ਕੋਈ ਇਸ ਤਰ੍ਹਾਂ ਦਾ ਕਾਰਨ ਹੈ ਨਹੀਂ। ਜੇ ਸਿਮਰਨਜੀਤ ਸਿੰਘ ਮਾਨ ਜਿਹੜੇ ਪ੍ਰੋ ਖਾਲਿਸਤਾਨੀ ਨੇ ਉਹ ਜਾ ਸਕਦੇ ਨੇ, ਉਹਨਾਂ ਕੋਲ ਅੰਬੈਸਡਰ ਪਾਸਪੋਰਟ ਜਿਹੜਾ ਦੂਸਰੇ ਤਰੀਕੇ ਦਾ ਪਾਸਪੋਰਟ ਹੈਗਾ, ਤਾਂ ਨਵਜੋਤ ਸਿੱਧੂ ਤਾਂ ਫਿਰ ਵੀ ਮੌਜੂਦਾ ਇਸ ਵੇਲੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ, MLA ਨੇ, ਵਿਧਾਇਕ ਨੇ, 2-3 ਵਾਰ ਤੇ ਉਹ MP ਰਹਿ ਚੁੱਕੇ ਨੇ ਭਾਰਤੀ ਜਨਤਾ ਪਾਰਟੀ ਦੇ, ਇੰਟਰਨੈਸ਼ਨਲ ਸੈਲੀਬ੍ਰਿਟੀ ਨੇ, ਖਿਡਾਰੀ ਨੇ ਕ੍ਰਿਕਟ ਦੇ ਸਾਬਕਾ। ਸੋ ਇਸ ਜਿਹਾ ਕੋਈ ਇਸ਼ੂ ਬਣਦਾ ਨਹੀਂ ਕਿ ਜਿਹੜਾ ਜਿਸ ਆਧਾਰ ਤੇ ਕਿ ਉਹਨਾਂ ਨੂੰ ਜਾਣ ਬੁੱਝ ਕੇ ਡੱਕਿਆ ਗਿਆ ਹੋਵੇ। ਪਰ ਜੇ ਡੱਕਿਆ ਗਿਆ, ਜਿਸ ਤਰੀਕੇ ਨਾਲ ਸਾਹਮਣੇ ਗੱਲ ਤੁਸੀਂ ਕੀਤੀ ਹੈ, ਤਾਂ ਇਹ ਇੱਕ ਬੜਾ ਵੱਡਾ ਇਸ਼ੂ ਆ ਜਿਹਦੇ ਉੱਤੇ ਸਵਾਲ ਉੱਠਣੇ ਤਾਂ ਲਾਜ਼ਮੀ ਹਨ। ਤਾਂ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਕਿ ਹਾਲਾਂਕਿ ਐਵੇਂ ਅਸੀਂ ਜਨਰਲ ਸਰਸਰੀ ਗੱਲ ਕਰ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਦੀ ਜਿਸ ਤਰੀਕੇ ਦੀ ਬਿਆਨਬਾਜ਼ੀ ਆ, ਸ਼ਾਇਦ ਉਹ ਕੇਂਦਰ ਸਰਕਾਰ ਦੇ ਨੋਟਿਸ ਵਿੱਚ ਆ ਗਈ ਹੋਵੇ, ਪਹਿਲਾਂ ਆਈ ਨਾ ਹੋਵੇ। ਇਹ ਵੀ ਹੋ ਸਕਦਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਖੁਸ਼ ਕਰਨ ਕਰਕੇ ਜਿਹੜਾ ਕਿਸੇ ਤਰੀਕੇ ਨਾਲ ਭਾਜਪਾ ਨੇ ਕੋਈ ਨਾ ਕੋਈ ਟੈਕਨੀਕਲ ਪੁਆਇੰਟ ਜਿਹੜਾ ਉਹ ਕੁੰਡੀ ਜਿਹੜੀ ਵਿੱਚ ਅੜਾਤੀ ਹੋਈ। ਪਰ ਜੇਕਰ ਅੜਾਉਣੀ ਹੁੰਦੀ ਕੁੰਡੀ, ਤਾਂ ਜਿਸ ਤੋਂ ਕਰਤਾਰਪੁਰ ਕਾਰੀਡੋਰ ਖੁੱਲ੍ਹਣਾ ਸੀ,
ਬਕਾਇਦਾ ਤੌਰ ਤੇ ਨਵਜੋਤ ਸਿੰਘ ਸਿੱਧੂ ਇੱਕ ਸਟੇਟ ਗੈਸਟ ਬਣ ਕੇ ਉਧਰ ਗਏ ਸੀ ਤੇ ਜਿੰਨਾ ਮਾਨ ਸਤਿਕਾਰ ਪਾਕਿਸਤਾਨ ਦੀ ਧਰਤੀ ਤੇ ਨਵਜੋਤ ਸਿੱਧੂ ਦਾ ਹੋਇਆ ਸੀ ਉਹਨਾਂ ਮਾਨ ਸਤਿਕਾਰ ਮੇਰਾ ਖਿਆਲ ਕਿਸੇ ਹੋਰ ਨੇਤਾ ਦਾ ਨਹੀਂ ਸੀ ਹੋਇਆ। ਸੋ ਇਹਦੇ ਪਿੱਛੇ ਕੀ ਕਾਰਨ ਹੈ ਉਹ ਜਲਦੀ ਸਾਹਮਣੇ ਆ ਜਾਏਗਾ। ਬਾਕੀ ਵਿਸ਼ੇਸ਼ ਤੌਰ ਤੇ ਜੇਕਰ ਅਸੀਂ ਇਸ ਆਧਾਰ ਤੇ ਗੱਲ ਕਰੀਏ ਕਿ ਕੈਬਨਿਟ ਨੇ ਜਾਣਾ ਸੀ, ਕੈਬਨਿਟ ਦੇ ਆਧਾਰ ਤੇ ਵਿੱਚ ਕੈਬਨਿਟ ਮੰਤਰੀਆਂ ਦਾ ਇੱਕ ਕੋਟਾ ਵੱਖਰਾ ਹੁੰਦਾ ਤਾਂ ਸ਼ਾਇਦ ਉਸ ਆਧਾਰ ਤੇ, ਕਿਉਂਕਿ ਨਵਜੋਤ ਸਿੰਘ ਸਿੱਧੂ ਪੰਜਾਬ ਕੈਬਨਿਟ ਦਾ ਹਿੱਸਾ ਨਹੀਂ ਹੈਗੇ, ਇਸ ਕਰਕੇ ਸ਼ਾਇਦ ਉਸ ਕੈਬਨਿਟ ਦੇ ਅੰਤਰਗਤ ਉਹਨਾਂ ਨੂੰ ਉਹ ਜਿਹੜਾ ਜਾਣ ਦੀ ਇਜਾਜ਼ਤ ਨਾ ਮਿਲੀ ਹੋਵੇ। ਬਾਕੀ ਜੇ ਤੁਸੀਂ ਅਗਰ ਪਰਸਨਲੀ ਉਹ ਕਰਦੇ, ਹੁਣ ਪਤਾ ਨਹੀਂ ਕਿ ਉਹਨਾਂ ਨੇ ਅਪਲਾਈ ਜਿਹੜਾ ਵੀਜ਼ਾ ਕਿਸ ਤਰੀਕੇ ਨਾਲ ਕੀਤਾ ਜਾਂ ਕਿਸ ਤਰੀਕੇ ਨਾਲ ਨਹੀਂ ਕੀਤਾ। ਜੇ ਤਾਂ ਉਹਨਾਂ ਨੇ ਪਰਸਨਲ ਕੀਤਾ ਤੇ ਪਰਸਨਲ ਕਰਨ ਦਾ ਤਾਂ ਕੋਈ ਵੀ ਵਿਅਕਤੀ ਕਰ ਸਕਦਾ, ਉਹਦੇ ਸੰਬੰਧੀ ਤਾਂ ਕੋਈ ਕਿੰਤੂ ਪਰੰਤੂ ਹੋ ਹੀ ਨਹੀਂ ਸਕਦਾ। ਕਾਰਨ ਇਹੋ ਹੀ ਹੈ ਕਿਉਂਕਿ ਉਹ ਕੈਬਨਿਟ ਦਾ ਜਿਹੜਾ ਗਰੁੱਪ ਹੋਵੇਗਾ ਉਸ ਗਰੁੱਪ ਦੇ ਵਿੱਚ ਨਵਜੋਤ ਸਿੱਧੂ ਉਹਨਾਂ ਮਾਪਦੰਡਾਂ ਤੇ ਪੂਰੇ ਸ਼ਾਇਦ ਨਾ ਉਤਰਦੇ ਹੋਣ ਕਿ ਜਿਹੜੇ ਕੈਬਨਿਟ ਤੇ। ਪਰ ਇਹ ਗੱਲ ਵਾਕਿਆ ਹੀ ਇੱਕ ਸਾਜ਼ਿਸ਼ ਜਿਹੜੀ ਆ ਭਾਰਤੀ ਜਨਤਾ ਪਾਰਟੀ ਦੀ ਮੰਨੀ ਜਾ ਸਕਦੀ ਹੈ, ਜਿਹਦੇ ਵਿੱਚੋਂ ਤਾਰਾਂ ਜਿਹੜੀਆਂ ਨੇ ਸ਼ਾਇਦ ਸਿਸਵਾ ਫਾਰਮ ਤੋਂ ਹੀ ਹਿੱਲੀਆਂ ਹੋਣ। ਇਹ ਇੱਕ ਗੰਭੀਰ ਮੁੱਦਾ ਜਿਹਦੇ ਸੰਬੰਧੀ ਜਿਹੜੀ ਜਾਂਚ ਜਿਹੜੀ ਹੈ ਜ਼ਰੂਰ ਹੋਣੀ ਚਾਹੀਦੀ ਹੈ। ਜੀ ਮਾਨ ਸਾਹਿਬ। ਤੋ ਅੱਜ ਆਪਾਂ ਸਰ ਗੱਲ ਕਰਾਂਗੇ ਅੱਜ ਦੇ ਦਿਨ ਦੀ, ਕਿਉਂਕਿ ਅਹਿਮ ਦਿਨ ਆ ਪੰਜਾਬ ਦੇ ਲਈ, ਪੰਜਾਬ ਦੀ ਸਿਆਸਤ ਦੇ ਲਈ। ਅੱਜ ਐਸਟੀਐਫ ਦੀ ਰਿਪੋਰਟ ਜਨਤਕ ਹੋ ਸਕਦੀ ਹੈ, ਜਿਵੇਂ ਕਿ ਚੰਨੀ ਸਰਕਾਰ ਵੱਲੋਂ ਪਿਛਲੇ ਦਿਨ ਐਲਾਨ ਕੀਤਾ ਗਿਆ ਸੀ ਕਿ 18 ਨਵੰਬਰ ਨੂੰ ਐਸਟੀਐਫ ਦੀ ਰਿਪੋਰਟ ਜਨਤਕ ਕੀਤੀ ਜਾਏਗੀ। ਕੀ ਅੱਜ ਇਹ ਰਿਪੋਰਟ ਜਨਤਕ ਹੁੰਦੀ ਹੈ ਇਹ ਬਾਅਦ ਦੀ ਗੱਲ ਹੈ, ਲੇਕਿਨ ਉਸ ਤੋਂ ਪਹਿਲਾਂ ਹੀ ਵਿਕਰਮ ਮਜੀਠੀਆ ਦੇ ਵੱਲੋਂ ਇੱਕ ਪਟੀਸ਼ਨ ਹਾਈ ਕੋਰਟ ਦੇ ਵਿੱਚ ਦਾਖਲ ਕਰ ਦਿੱਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ, ਕਾਂਗਰਸ ਸਰਕਾਰ ਉਹਨਾਂ ਨੂੰ ਜਾਣਬੁੱਝ ਕੇ ਆਪਣਾ ਸਿਆਸੀ ਲਾਹਾ ਲੈਣ ਦੇ ਲਈ ਨਸ਼ੇ ਦੇ ਮੁੱਦੇ ਦੇ ਵਿੱਚ ਉਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕਿਵੇਂ ਦੇਖ ਰਹੇ ਹੋ ਇਹਨਾਂ ਦੋਵੇਂ ਮਾਮਲਿਆਂ ਨੂੰ? ਇੱਕ ਪਾਸੇ ਐਸਟੀਐਫ ਦੀ ਰਿਪੋਰਟ ਜਨਤਕ ਹੋਣ ਵਾਲੀ ਹੈ ਤੇ ਦੂਸਰੇ ਪਾਸੇ ਮਜੀਠੀਆ ਦੇ ਵੱਲੋਂ 100 ਪੰਨਿਆਂ ਦੀ ਇੱਕ ਪਟੀਸ਼ਨ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਗਈ ਹੈ, ਇਹ ਕਹਿੰਦੇ ਹੋਏ ਕਿ ਮੈਨੂੰ ਬਿਨਾਂ ਵਜ੍ਹਾ ਕਾਂਗਰਸ ਵੱਲੋਂ ਆਪਣਾ ਸਿਰਫ ਔਰ ਸਿਰਫ ਸਿਆਸੀ ਲਾਹਾ ਲੈਣ ਦੇ ਲਈ ਇਸ ਮਾਮਲੇ 'ਚ ਘਸੀਟਿਆ ਜਾ ਰਿਹਾ। ਕਿਵੇਂ ਦੇਖ ਰਹੇ ਹੋ ਪੂਰਾ ਘਟਨਾਕ੍ਰਮ? ਦੇਖੋ, ਇੱਕ ਮਾਨ ਸਾਹਿਬ ਪੰਜਾਬੀ 'ਚ ਗੱਲ ਆ ਕਿ ਬੰਦਾ ਨਹੀਂ ਕੰਬਦਾ, ਬੰਦੇ ਦੇ ਕਈ ਵਾਰੀ ਪਾਪ ਜਿਹੜੇ ਆ ਉਹ ਕੰਬਦੇ ਆ। ਤਾਂ ਇਹ ਜਿਹੜੀ ਪਟੀਸ਼ਨ ਉਹਨੇ ਪਾਤੀ ਹੈ ਠੀਕ ਉਸ ਦਿਨ ਕਿ ਜਿਸ ਦਿਨ ਅੱਜ ਜਨਤਕ ਰਿਪੋਰਟ ਜਿਹੜੀ ਡਰੱਗ ਦੇ ਮਸਲੇ 'ਚ ਹੋ ਸਕਦੀ ਹੈ, ਉਹ ਰਿਪੋਰਟ ਜਨਤਕ ਹੋ ਸਕਦੀ ਹੈ। ਔਰ ਦੂਜੇ ਪਾਸੇ ਉਹਨਾਂ ਨੇ ਮਜੀਠੀਆ ਬਿਕਰਮਜੀਤ ਸਿੰਘ ਮਜੀਠੀਆ ਨੇ ਇਹ ਪਟੀਸ਼ਨ ਪਾਈ ਕਿ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਮੇਰੀ ਸੁਣਵਾਈ ਹੋਵੇ। ਇਸ ਦਾ ਅਰਥ ਫਿਰ ਬੜਾ ਦੂਰ ਤੱਕ ਜਾਂਦਾ। ਜੇ ਤੁਸੀਂ ਪਟੀਸ਼ਨ ਪਾਉਣੀ ਤਾਂ ਅੱਜ ਤੋਂ 10 ਦਿਨ ਪਹਿਲਾਂ ਵੀ ਪਾ ਸਕਦੇ ਸੀ। ਇੰਨਾ ਚਿਰ ਤੱਕ ਤੁਹਾਡੇ ਤੇ ਇਲਜ਼ਾਮ ਲੱਗਦੇ ਰਹੇ, ਉਦੋਂ ਪਟੀਸ਼ਨ ਕਿਉਂ ਨਾ ਪਾਈ? ਪਰ ਪਟੀਸ਼ਨ ਅੱਜ ਹੀ ਪਾਉਣੀ ਕਿਉਂਕਿ ਅੱਜ ਹੀ 18 ਨਵੰਬਰ ਆ ਤੇ ਅੱਜ ਹੀ ਉਹ ਰਿਪੋਰਟਾਂ ਜਨਤਕ ਹੋਣੀਆਂ ਨੇ। ਔਰ 2 ਦਿਨ ਪਹਿਲਾਂ ਸੁਖਬੀਰ ਸਿੰਘ ਬਾਦਲ ਦਾ ਇਹ ਬਿਆਨ ਆਉਂਦਾ ਜਿਹਦੇ ਸੰਬੰਧੀ ਅਸੀਂ ਗੱਲ ਕੀਤੀ ਕਿ ਬਿਕਰਮ ਸਿੰਘ ਮਜੀਠੀਆ ਦਾ ਨਸ਼ੇ ਦੇ ਸੰਬੰਧੀ ਕੋਈ ਆ ਹੀ ਨਹੀਂ ਸਕਦਾ, ਉਹ ਤਾਂ 2.5 ਘੰਟੇ ਪਾਠ ਕਰਦਾ ਰਹਿੰਦਾ। ਪਾਠ ਕਰਦਾ ਇੱਕ ਪਾਸੇ ਉਸ ਚੀਜ਼ ਨੂੰ ਧਾਰਮਿਕ ਲੰਗਤ ਲੈਣੀ, ਦੂਜੇ ਪਾਸੇ ਕਾਨੂੰਨੀ ਦਾਅ ਪੇਚ ਵਰਤਦਿਆਂ ਇਹ ਕੀ ਸਾਬਤ ਕਰਦਾ? ਇਹ ਸਾਬਤ ਉਹੀ ਕਰਦਾ। ਤੇ ਕੱਲ ਨਵਜੋਤ ਸਿੱਧੂ ਦੇ ਜਿਸ ਤਰੀਕੇ ਨਾਲ ਟਵੀਟ ਆਏ, ਇਹ ਸਭ ਕੁਝ ਇਹੋ ਚੀਜ਼ਾਂ ਸਾਬਤ ਕਰਦੇ ਨੇ ਕਿਤੇ ਨਾ ਕਿਤੇ ਦਾਲ 'ਚ ਕੁਝ ਨਾ ਕੁਝ ਕਾਲਾ ਤਾਂ ਹੈ। ਹੁਣ ਬੰਦੇ ਦੇ, ਉਸ ਵਿਅਕਤੀ ਦੇ ਜਿਹੜੇ ਪਾਪ ਨਾ ਉਹ ਕੰਬਣ ਲੱਗ ਪਏ। ਅਸੀਂ ਨਹੀਂ ਕਹਿ ਰਹੇ ਕਿ ਉਹਨਾਂ ਦਾ ਨਾਂ ਕਿਸੇ 'ਚ ਹੈ ਜਾਂ ਨਹੀਂ ਹੈ। ਜੇ ਤੁਹਾਡਾ ਨਾਮ ਹੈ ਹੀ ਨਹੀਂ ਫਿਰ ਤੁਹਾਨੂੰ ਪਟੀਸ਼ਨ ਪਈ ਤੇ ਪਈ ਰਹਿਣ। ਫਿਰ ਹੋਣ ਤੋਂ ਘੱਟੋ ਘੱਟ ਉਹ ਚੀਜ਼ ਤਾਂ ਸਾਹਮਣੇ ਆ ਲੈਣ ਦਿਓ ਕਿ ਉਹ ਰਿਪੋਰਟ ਖੁੱਲ੍ਹ ਲੈਣ ਦਿਓ। ਜੇ ਰਿਪੋਰਟ 'ਚ ਤੁਹਾਡਾ ਨਾਂ ਨਹੀਂ ਹੈਗਾ, ਜੇ ਤੁਸੀਂ ਕੀਤਾ ਹੀ ਕੱਖ ਨਹੀਂ, ਤਾਂ ਫਿਰ ਤੁਹਾਨੂੰ ਚਿੰਤਾ ਕਾਹਦੀ? ਫਿਰ ਤਾਂ ਇਹ ਪਟੀਸ਼ਨ ਬਾਅਦ 'ਚ ਵੀ ਪਾਈ ਜਾ ਸਕਦੀ ਸੀ। ਪਰ ਐਨ ਉਸੇ ਸਮੇਂ ਪਟੀਸ਼ਨ ਪਾਉਣੀ ਕਿ ਜਿਸ ਦਿਨ ਰਿਪੋਰਟ ਖੁੱਲ੍ਹਣੀ ਹੈ ਤਾਂ ਫਿਰ ਆਪਣੇ ਮਾਨ ਸਾਹਿਬ ਕਿਤੇ ਨਾ ਕਿਤੇ ਦਾਲ 'ਚ ਕਾਲਾ ਤਾਂ ਹੈ ਹੀ ਹੈ। ਫਿਰ ਕਿਤੇ ਕਿਤੇ ਬੰਦੇ ਦੇ ਪਾਪ ਤਾਂ ਕੰਬਦੇ ਹੀ ਹੈ ਨਾ। ਬੰਦਾ ਨਹੀਂ ਕੰਬ ਰਿਹਾ, ਬੰਦੇ ਦੇ ਪਾਪ ਕੰਬਦੇ ਪਏ ਆ। ਤੇ ਐਵੇਂ ਨਹੀਂ ਨਵਜੋਤ ਸਿੰਘ ਸਿੱਧੂ ਹਰ ਮੁੱਦੇ ਦੇ, ਡਰੱਗ ਦੇ ਮੁੱਦੇ ਤੇ ਉਹਨਾਂ ਨੂੰ ਘੇਰਦਾ ਕਿ ਤੂੰ ਫਲਾਨ ਕੀਤਾ, ਢੀਂਗ ਕੀਤਾ, ਇਹ ਕੀਤਾ। 2 ਦਿਨ ਪਹਿਲਾਂ ਸੁਖਬੀਰ ਸਿੰਘ ਬਾਦਲ ਦਾ ਇਹ ਬਿਆਨ ਆਉਂਦਾ ਕਿ ਬਿਕਰਮਜੀਤ ਸਿੰਘ ਮਜੀਠੀਆ 2.5 ਘੰਟੇ ਪਾਠ ਕਰਦਾ ਰਹਿੰਦਾ ਜੀ, ਉਹ ਤੇ ਕਿਤੇ ਗਲਤ ਕੰਮ ਕਰ ਹੀ ਨਹੀਂ ਸਕਦੇ। ਤੇ ਅੱਜ ਜਿਸ ਦਿਨ ਉਹ ਰਿਪੋਰਟ ਖੁੱਲਣੀ ਹੈ ਤੇ ਅੱਜ ਇਹ ਪਤਾ ਕਿ ਅੱਜ ਰਿਪੋਰਟ ਖੁੱਲ ਜਾਣੀ ਹੈ। ਇਸ ਤੋਂ ਪਹਿਲਾਂ ਪਟੀਸ਼ਨ ਕਿਉਂ ਨਾ ਪਾਈ? ਇਸ ਤੋਂ ਪਹਿਲਾਂ 3 ਡੇਟਾ ਪਈਆਂ ਨੇ। ਇੱਕ ਵਾਰੀ ਹਾਈ ਕੋਰਟ ਤੇ ਇਨਕਾਰ ਕਰਤਾ ਕਿ ਜੱਜ ਸਾਈਡ ਤੇ ਹੋ ਗਿਆ। ਸ਼ਾਇਦ ਬਿਕਰਮਜੀਤ ਸਿੰਘ ਮਜੀਠੀਆ ਦੇ ਉਦੋਂ ਪ੍ਰਭਾਵ ਤਾਂ ਸਾਰੇ ਚੱਲ ਗਏ, ਪਰ ਅੱਜ ਉਹ ਤੀਰ ਚੱਲਿਆ ਨਹੀਂ ਕੱਲ ਤੱਕ, ਜਿਸ ਕਰਕੇ ਇਹ ਪਤਾ ਲੱਗਾ ਕਿ ਹੁਣ ਰਿਪੋਰਟ ਖੁੱਲ ਸਕਦੀ ਹੈ। ਤਾਂ ਅਗਲੇ ਨੇ ਕਾਨੂੰਨੀ ਦਾਅ ਪੇਚ ਵਰਤਦਾ ਕਿ ਸਿਆਸੀ ਰਾਹ ਲੈਣ ਵਾਸਤੇ। 4.5 ਸਾਲ ਦੌਰਾਨ ਤਾਂ ਇਹ ਇਲਜ਼ਾਮਬਾਜ਼ੀ ਤਾਂ ਪਹਿਲਾਂ ਵੀ ਹੁੰਦੀ ਰਹੀ ਹੈ। ਉਦੋਂ ਕਿਉਂ ਨਾ ਮਜੀਠੀਆ ਸਾਹਿਬ ਨੇ ਜਿਹੜੀ ਰਿਟ ਪਾਈ ਪਟੀਸ਼ਨ 2200 ਪੇਜਾਂ ਦੀ? ਕਿਉਂਕਿ ਉਸ ਵਕਤ ਪਤਾ ਸੀ ਕਿ ਉੱਤੇ ਕੈਪਟਨ ਸਰਕਾਰ ਦੇ ਜਿਹੜੇ ਹੱਥ ਰਹੇ ਨੇ। ਕਈ ਵਾਰੀ ਵੇਖੋ ਚੀਜ਼ਾਂ ਆਪਣੇ ਆਪ ਹੀ ਨੰਗੀਆਂ ਹੋ ਰਹੀਆਂ। ਮੈਂ ਇਹ ਗੱਲ ਕਹਿ ਦੇ ਕਿ ਅਸੀਂ ਇਲਜ਼ਾਮ ਨਹੀਂ ਲਾ ਰਹੇ। ਪਹਿਲਾਂ 4.5 ਸਾਲ ਦੌਰਾਨ ਕਾਂਗਰਸ ਸਰਕਾਰ ਸੀ,
ਉਦੋਂ ਚੁੱਪ ਰਹੀ, ਉਦੋਂ ਪਟੀਸ਼ਨ ਨਹੀਂ ਪਾਈ। ਜੇ ਤੁਹਾਨੂੰ ਪਤਾ ਕਿ ਕਾਂਗਰਸ ਸਿਆਸੀ ਲਾਹਾ ਲੈ ਸਕਦੀ ਆ ਤਾਂ ਪਟੀਸ਼ਨ ਉਦੋਂ ਵੀ ਪਾਈ ਜਾ ਸਕਦੀ, ਪਟੀਸ਼ਨ ਉਦੋਂ ਵੀ ਪਾਈ ਜਾ ਸਕਦੀ ਜੋ ਉਦੋਂ 2 ਵਾਰੀ ਹਾਈ ਕੋਰਟ ਨੇ ਰਿਪੋਰਟਾਂ ਖੋਲੋ ਤੋਂ ਇਨਕਾਰ ਕਰਤਾ ਜਾਂ ਕੇਸ ਦੀ ਸੁਣਵਾਈ ਨਹੀਂ ਕੀਤੀ, ਉਦੋਂ ਰਿਪੋਰਟ ਨਹੀਂ ਪਈ। ਅੱਜ ਹੀ ਪਟੀਸ਼ਨ ਕਿਉਂ ਪਾਈ ਗਈ? ਪਟੀਸ਼ਨ ਪਾਉਣ ਦਾ ਮਤਲਬ ਇਹੋ ਹੀ ਆ ਕਿ ਡਰ ਤਾਂ ਉਹਨਾਂ ਨੂੰ ਹੈ ਨਾ ਕਿ ਕਿਤੇ ਨਾ ਕਿਤੇ ਕੁਝ ਦਾਲ ਚ ਕਾਲਾ ਤੇ ਉਹ ਗੱਲ ਸਾਹਮਣੇ ਆ ਜਾਣੀ ਆ, ਤੇ ਇਸ ਮਸਲੇ ਨੂੰ ਠੰਡੇ ਬਸਤੇ ਚ ਪਾ ਕੇ ਕਾਨੂੰਨੀ ਦਾ ਪੇਚ ਵਰਤਦਿਆਂ ਗੱਲ ਨੂੰ ਗਾਂ ਪਾਤਾ ਜਾਵੇ। ਤੇ ਜੇ ਤੁਸੀਂ ਕੀਤਾ ਹੀ ਕੁਝ ਨਹੀਂ ਆ ਤਾਂ ਫਿਰ ਠੀਕ ਆ, ਕਾਂਗਰਸ ਨੂੰ ਸਿਆਸੀ ਲਾਹ ਲੈਣ ਦਿਓ, ਅੱਜ ਲੈਣ ਦਿਓ। ਅਗਰ ਕੱਲ ਨੂੰ ਤੁਹਾਨੂੰ ਝੂਠੇ ਪੱਤਰ ਤੇ ਗ੍ਰਿਫਤਾਰ ਕਰਦੇ ਆ, ਲੋਕਾਂ ਦੀ ਕੁਦਰਤੀ ਜਿਹੜੀ ਸਹਾਨੁਭੂਤੀ ਹੈ ਜਾਂ ਲੋਕਾਂ ਦਾ ਪ੍ਰਭਾਵ, ਜਿਹੜੀ ਹਮਦਰਦੀ ਆ ਉਹ ਤੁਹਾਡੇ ਨਾਲ ਹੋ ਜਾਣੀ, ਉਸ ਗੱਲ ਨੂੰ ਕੈਸ਼ ਕਰਿਓ। ਵੇਖੋ ਤਾਂ ਸਹੀ ਕਿ ਬਣਦਾ ਕੀ ਆ। ਤੇ ਜੇਕਰ ਤੁਸੀਂ ਪਹਿਲਾਂ ਹੀ ਇਹਨਾਂ ਚੀਜ਼ਾਂ ਤੋਂ ਦਾਅ ਪੇਚ ਤੋਂ ਬਚਣ ਕਰਕੇ ਤੁਸੀਂ ਪਟੀਸ਼ਨਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ, ਤੇ ਅੱਜ ਤਾਂ ਫਿਰ ਉਹ ਗੱਲ ਸਾਰੀ ਔਰ ਰਿਪੋਰਟ ਜਨਤਕ ਹੋਣ ਤੋਂ ਪਹਿਲਾਂ ਹੀ ਤੁਸੀਂ ਆਪਣੇ ਪੱਤਰ ਤੇ ਆਪਣੇ ਆਪ ਨੂੰ ਜਨਤਾ ਕਰ ਦਿੱਤਾ ਕਿ ਹਾਂ ਭਾਈ ਮੈਨੂੰ ਡਰ ਆ, ਮੇਰਾ ਨਾਮ ਵਿੱਚ ਆ ਸਕਦਾ। ਆ ਜਾਂਦੋ ਨਾ, ਅੱਗੇ ਵੀ ਤਾਂ ਨਾਂ ਤੁਹਾਡਾ ਲੱਗਦਾ ਹੀ ਪਿਆ, ਵਿਧਾਨ ਸਭਾ 'ਚ ਤੁਹਾਡਾ ਨਾਂ ਲਾਉਂਦੇ ਆ, ਤਾਂ ਅੱਗੇ ਵੀ ਤਾਂ ਤੁਹਾਡਾ ਨਾਂ ਲੱਗਦਾ ਹੀ ਆ। ਇਹ ਪਟੀਸ਼ਨ ਉਦਮ ਕਿਉਂ ਨਾ ਪਾਈ ਜਿੱਦਾਂ ਵਿਧਾਨ ਸਭਾ ਤੋਂ ਬਾਹਰ ਨਿਕਲਦੇ ਆ ਜੀ? ਕਹਿਣ ਦਾ ਅਰਥ ਹੈ ਮਾਨ ਸਾਹਿਬ ਕਿ ਇਹ ਪਟੀਸ਼ਨ ਬਿਕਰਮਜੀਤ ਸਿੰਘ ਮਜੀਠੀਆ ਦਾ ਪਾਉਣਾ ਹੀ ਬਹੁਤ ਕੁਝ ਉਸ ਸੱਚ ਨੂੰ ਬਿਆਨ ਕਰ ਜਾਂਦਾ ਕਿ ਪਰਦੇ ਦੀ ਜਿਹੜੀ ਪਿਛਲੀ ਕਹਾਣੀ ਵਾਪਰੀ ਆ ਉਹ ਬਿਲਕੁਲ ਸੱਚ ਤਾਂ ਚਲੋ ਪੂਰਨ ਤੌਰ ਤੇ ਨਾ ਹੋਵੇ, ਪਰ ਕੁਝ ਨਾ ਕੁਝ ਦਾਲ ਚ ਕਾਲਾ ਹੈਗਾ। ਜੇਕਰ ਨਵਜੋਤ ਸਿੱਧੂ ਰੋਜ਼ ਇਲਜ਼ਾਮਬਾਜ਼ੀ ਕਰਦਾ, ਤੱਥਾਂ ਤੇ ਸਹਿਤ ਕਰਦਾ, ਤੇ ਅੱਜ ਤੱਕ ਬਿਕਰਮ ਮਜੀਠੀਆ ਨੇ ਕਦੀ ਉਹ ਤੇ ਡੈਫਾਮੇਸ਼ਨ ਦਾ ਕੇਸ ਨਹੀਂ ਜੇ ਕੀਤਾ। ਪਟੀਸ਼ਨ ਉਹਨੇ ਪਾਈ ਆ, ਪਟੀਸ਼ਨ ਹੋਰ ਤਰੀਕੇ ਦੀ ਪਾਈ ਆ। ਕਹਿਣ ਦਾ ਅਰਥ ਫਿਰ ਕੁਝ ਨਾ ਕੁਝ ਦਾਲ ਚ ਕਾਲਾ ਤਾਂ ਹੈ। ਰਿਪੋਰਟ ਫਿਰ ਅੱਜ ਜਨਤਕ ਤਾਂ ਹੋਏਗੀ ਹੋਏਗੀ, ਕਿਉਂਕਿ ਚੰਨੀ ਸਰਕਾਰ ਦਾ ਵੀ ਇਹ ਵੀ ਇੱਕ ਨੱਕ ਦਾ ਮੁੱਦਾ ਬਣਿਆ, ਤਾਂ ਉਹਨਾਂ ਨੇ ਵੀ ਉਹ ਰਿਪੋਰਟ ਜਿਹੜੀ ਆ ਲਾਗੂ ਕਰਾਉਣੀ ਆ। ਤੇ ਜੇਕਰ ਅੱਜ ਰਿਪੋਰਟ ਲਾਗੂ ਜਨਤਕ ਹੁੰਦੀ ਆ ਤਾਂ ਨਾ ਸਾਹਮਣੇ ਆਉਂਦੇ ਆ, ਤਾਂ ਫਿਰ ਕੁਝ ਨਾ ਕੁਝ ਤਾਂ ਵਾਪਰੂਗਾ ਬਹੁਤ ਕੁਝ। ਹੁਣ ਸਿਆਸੀ ਲਾਹਾ ਉਹਨਾਂ ਨੇ ਪਟੀਸ਼ਨ ਪਾ ਕੇ ਖੁਦ ਆਪਣੇ ਆਪ ਨੂੰ ਸਵਾਲਾਂ ਦੇ ਕਟਹਿਰੇ 'ਚ ਖੜਾ ਕਰ ਲਿਆ ਕਿ ਜੇ ਤੁਹਾਨੂੰ ਪਤਾ ਹੋਣਾ ਸਿਆਸੀ ਲਾਹਾ 2 ਦਿਨ ਬਾਅਦ 'ਚ ਲੈ ਲੈਂਦੋ, ਪਟੀਸ਼ਨ ਪੇਜ ਤੇ ਹੋਣ ਦਿਓ, ਤੇ ਜੇ ਤੁਹਾਡਾ ਨਾਂ ਹੈਗਾ ਫਿਰ ਤੁਸੀਂ ਪਟੀਸ਼ਨ ਪਾਓ, ਭਾਵੇਂ ਨਾ ਫਿਰ ਤਾਂ ਤੁਸੀਂ ਜਨਤਕ ਹੋ ਗਏ, ਫਿਰ ਤਾਂ ਤੁਹਾਡਾ ਨਾਂ ਜਨਤਾ ਦੇ ਸਾਹਮਣੇ ਆ ਗਿਆ। ਤੇ ਜੇ ਤੁਸੀਂ ਨਹੀਂ ਕੀਤਾ ਤੇ ਕਾਂਗਰਸ ਤੁਹਾਨੂੰ ਫਸਾ ਰਹੀ ਆ, ਤੇ ਚੰਗੀ ਗੱਲ ਆ, ਉਹਦਾ ਹਮਦਰਦ ਲੋਕਾਂ ਦਾ ਪ੍ਰਭਾਵ ਤੁਹਾਡੇ ਫੇਵਰ 'ਚ ਜਾਏਗਾ, ਇਸ ਗੱਲ ਨੂੰ ਸਵੀਕਾਰ ਕਰੋ। ਪਰ ਨਹੀਂ, ਕਿਉਂਕਿ ਮਨ ਅੰਦਰੋਂ ਕਿਤੇ ਨਾ ਕਿਤੇ ਡਰਿਆ, ਕੁਝ ਨਾ ਕੁਝ ਤਾਂ ਫਿਰ ਹੈ ਹੀ ਆ, ਜਿਸ ਕਰਕੇ ਬਿਕਰਮਜੀਤ ਸਿੰਘ ਮਜੀਠੀਆ ਨੇ ਅੱਜ ਦੀ ਤਰੀਕ 'ਚ ਕੋਰਟ ਦਾ ਆਸਰਾ ਲਿਆ ਜੀ। ਸੋ ਬਿਕਰਮ ਮਜੀਠੀਆ ਨੂੰ ਕਿਸ ਤਰ੍ਹਾਂ ਦੀ ਰਾਹਤ ਮਿਲਦੀ ਹੈ ਕੋਰਟ ਤੋਂ, ਇਹ ਤਾਂ ਬਾਅਦ ਦੀ ਗੱਲ ਹੋਏਗੀ। ਲੇਕਿਨ ਆਪਾਂ ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਦੀ, ਜੋ ਕਿ ਇੱਕ ਵੱਡਾ ਝਟਕਾ ਚੰਨੀ ਸਰਕਾਰ ਦੇ ਵੱਲੋਂ ਲੱਗਣ ਜਾ ਰਿਹਾ, ਲੱਗ ਚੁੱਕਿਆ, ਕਿਉਂਕਿ ਉਹਨਾਂ ਦੇ ਆਪਣੇ ਸ਼ਹਿਰ ਦੇ ਵਿੱਚ ਹੀ ਉਹਨਾਂ ਦੇ ਬਹੁਤ ਹੀ ਨੇੜਲੇ ਚੇਅਰਮੈਨ ਕੇ ਸ਼ਰਮਾ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਪੀਆਰਟੀਸੀ ਦੇ ਜੋ ਕਿ ਚੇਅਰਮੈਨ ਸੀ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਕਿਸ ਤਰ੍ਹਾਂ ਦੇਖ ਰਹੇ ਹੋ ਕਿ ਚੰਨੀ ਸਰਕਾਰ ਲਗਾਤਾਰ ਸਕੰਜਾ ਕੱਸਦੀ ਹੋਈ ਨਜ਼ਰ ਆ ਰਹੀ ਹੈ? ਕਿਵੇਂ ਦੇਖ ਰਹੇ ਹੋ ਪੂਰੇ ਘਟਨਾਕ੍ਰਮ ਨੂੰ? ਕੀ ਕੈਪਟਨ ਦਾ ਆਧਾਰ ਪਟਿਆਲੇ ਵਿੱਚੋਂ ਖਤਮ ਕਰਨ ਦੀ ਇੱਕ ਵੱਡੀ ਸਾਜ਼ਿਸ਼ ਤੇ ਵੱਡੀ ਚਾਲ ਚੱਲੀ ਜਾ ਰਹੀ ਕਾਂਗਰਸ ਵੱਲੋਂ, ਕਿਵੇਂ ਦੇਖ ਰਹੇ ਹੋ? ਮਾਨ ਸਾਹਿਬ, ਇਸ ਤਰ੍ਹਾਂ ਸਾਜ਼ਿਸ਼ ਤਾਂ ਕੋਈ ਨਹੀਂ ਹੁੰਦੀ। ਜਦੋਂ ਵੀ ਪੋਲੀਟੀਕਲ ਪਾਰਟੀਆਂ ਜਦੋਂ ਉੱਪਰਲੇ ਤੁਹਾਡੇ ਗਾਡਫਾਦਰ ਬਦਲਦੇ ਨੇ ਤਾਂ ਕੁਦਰਤੀ ਤੌਰ ਤੇ ਉਸ ਦਾ ਪ੍ਰਭਾਵ ਤਾਂ ਥੱਲੇ ਪੈਣਾ ਹੀ ਪੈਣਾ। ਜੇਕਰ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਮੁੱਖ ਮੰਤਰੀ ਤੋਂ ਅਹੁਦੇ ਤੋਂ ਮੁਕਤ ਕਰ ਦਿੱਤਾ ਗਿਆ ਔਰ ਉਹਨਾਂ ਨੇ ਅਸਤੀਫਾ ਦੇ ਦਿੱਤਾ, ਆਪਣੀ ਵੱਖਰੀ ਪਾਰਟੀ ਬਣਾਉਣੀ, ਤੇ ਫਿਰ ਉਹਨਾਂ ਦੇ ਜਿਹੜੇ ਹਮਦਰਦ ਨੇ ਪੰਜਾਬ ਦੇ ਜਿਹੜੇ ਮਹੱਤਵਪੂਰਨ ਪੋਸਟਾਂ ਤੇ ਜਿਹੜੇ ਤਾਇਨਾਤ ਨੇ ਉਹਨਾਂ ਨੂੰ ਬਦਲਣਾ ਵੀ ਸਰਕਾਰ ਦਾ ਇੱਕ ਕੰਮ ਹੁੰਦਾ, ਸਰਕਾਰ ਨੇ ਬਦਲਣਾ ਹੀ ਹੁੰਦਾ। ਕਿਉਂਕਿ ਅੱਜ ਕੱਲ ਇਹ ਪਤਾ ਕਿ ਅੱਜ ਕੱਲ ਐਸਐਸਪੀ ਜਿਹੜੇ ਪਹਿਲੇ ਮੁੱਖ ਮੰਤਰੀ ਨੂੰ ਲਾਏ ਹੁੰਦੇ, ਦੂਜਾ ਮੁੱਖ ਮੰਤਰੀ ਬਣਦਾ ਉਹ ਬਦਲ ਦਿੰਦਾ, ਤੇ ਚੇਅਰਮੈਨ ਦਾ ਉਹਦਾ ਤਾਂ ਫਿਰ ਬੜਾ ਵੱਡਾ, ਉਹ ਵੀ ਖਾਸ ਤੌਰ ਤੇ ਪਟਿਆਲੇ 'ਚ ਜਿੱਥੇ ਪਟਿਆਲਾ ਦਾ ਮਹਾਰਾਜਾ ਬੈਠਦਾ, ਮਾਫ ਕਰਤਾ, ਜਿੱਥੇ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਜੱਦੀ ਹਲਕਾ, ਦੂਜੇ ਪਾਸੇ ਪੈਪਸੂ ਦਾ ਉਹ ਹੈੱਡਕੁਆਟਰ ਹੈਗਾ, ਤਾਂ ਕੁਦਰਤੀ ਤੌਰ ਤੇ ਇਹ ਤਾਂ ਕਾਰਵਾਈ ਹੋਣੀ ਹੀ ਹੋਣੀ ਸੀ। ਜੋ ਕੱਲ ਪੀਆਰਟੀਸੀ ਦੇ ਚੇਅਰਮੈਨ ਜੋ ਕੇ ਸ਼ਰਮਾ ਨੂੰ ਬਦਲ ਕੇ ਉੱਥੇ ਨਵੇਂ ਚੇਅਰਮੈਨ ਜਿਹੜੇ ਜਰਨੈਲ ਸਿੰਘ, ਆਈ ਥਿੰਕ ਨਾਮ ਮੈਂ ਸ਼ਾਇਦ ਗਲਤ ਨਾ ਲਵਾਂ, ਜਰਨੈਲ ਸਿੰਘ ਨੂੰ ਲਾ ਦਿੱਤਾ ਗਿਆ, ਤਾਂ ਇਹ ਤਾਂ ਝਟਕਾ ਹੈ ਹੀ ਹੈ। ਹਾਂ, ਵੱਡਾ ਝਟਕਾ ਜਿਹੜਾ ਅਸਲ ਵਿੱਚ ਜੇਕਰ ਪਟਿਆਲੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਕਮਜ਼ੋਰ ਕਰਦਾ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੇ, ਤਾਂ ਉਹ ਹੋ ਸਕਦਾ ਕਿ ਆਉਂਦਿਆਂ ਦਿਨਾਂ ਦੇ ਵਿੱਚ ਜਿਹੜਾ ਸੁਸ਼ੀਲ ਕੁਮਾਰ ਬਿੱਟੂ ਹੈ, ਸੰਜੀਵ ਕੁਮਾਰ ਜਾਂ ਸੁਸ਼ੀਲ ਕੁਮਾਰ ਬਿੱਟੂ ਜਿਹੜੇ ਮੇਅਰ ਨੇ, ਜਿਨ੍ਹਾਂ ਨੂੰ ਬਦਲਣ ਵਾਸਤੇ ਇੱਕ ਬੜੀ ਵੱਡੀ ਜੰਗੀ ਪੱਧਰ ਤੇ ਮੁਹਿੰਮ ਜਿਹੜੀ ਹੈ ਪਟਿਆਲੇ ਦੇ ਵਿੱਚ ਚਲਾਈ ਜਾ ਰਹੀ ਹੈ, ਜਿਸ ਦੀ ਕਮਾਨ ਇੱਕ ਪਾਸੇ ਬ੍ਰਹਮ ਮਹਿੰਦਰਾ ਨੇ ਸੰਭਾਲੀ ਹੈ। ਉਹ ਬ੍ਰਹਮ ਮਹਿੰਦਰਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਕਿਸੇ ਸਮੇਂ ਖਾਸਮ ਖਾਸ ਹੁੰਦੇ ਸੀ, ਤੇ ਦੂਜੇ ਪਾਸੇ ਲੋਕ ਸਭਾ ਮੈਂਬਰ ਜਿਹੜੇ ਨੇ ਰਾਣੀ ਪ੍ਰਨੀਤ ਕੌਰ ਹੋਣੀ, ਉਹ ਉਹਨੂੰ ਬਚਾਉਣ ਕਰਕੇ ਸਿਸਵਾ ਫਾਰਮ ਦੇ ਜਿਹੜੇ ਉਹ ਫੇਰੇ ਲਾ ਰਹੇ ਨੇ ਔਰ ਚੰਨੀ ਸਰਕਾਰ ਨੂੰ ਵੀ ਮਿਲਦੇ ਪਏ ਨੇ। ਅਸਲ ਜਿਹੜੀ ਟੱਕਰ ਆ, ਝਟਕਾ ਦਰ ਝਟਕਾ ਜਿਹੜਾ ਉਸ ਸਥਿਤੀ ਤੇ ਉੱਥੇ ਵੇਖਿਆ ਜਾਣਾ ਕਿ ਕਿਹੋ ਜਿਹੀ ਜਿਹੜੀਆਂ ਸਥਿਤੀਆਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹੁੰਦੀਆਂ। ਜੇ ਤੇ ਬਿੱਟੂ ਨੂੰ ਬਦਲ ਜਾਂਦਾ, ਜਿਹੜੇ 29 ਕਾਉਂਸਲਰ ਨੇ ਜਿਹੜੇ ਉਹਦੇ ਖਿਲਾਫ ਚੱਲ ਰਹੇ ਨੇ, ਜੇਕਰ ਉਹਨਾਂ ਦੇ ਪ੍ਰਭਾਵ 'ਚ ਚੰਨੀ ਸਰਕਾਰ
ਇਸ ਨੂੰ ਬਦਲਦੀ ਹੈ ਬਿੱਟੂ ਨੂੰ, ਤਾਂ ਫਿਰ ਤਾਂ ਕੁਦਰਤੀ ਤੌਰ ਤੇ ਮੇਅਰ ਨੂੰ ਬਦਲਦੀ ਹੈ, ਤਾਂ ਫਿਰ ਤੇ ਕੁਦਰਤੀ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਪਰ ਆ ਉਹ ਕੱਟੇ ਜਾਣੇ ਸ਼ੁਰੂ ਹੋ ਚੁੱਕੇ ਨੇ, ਤੇ ਜ਼ਬਰਦਸਤ ਪੂਰਨ ਤੌਰ ਤੇ ਰੋਡ ਪਰੋਟ ਕਰ ਦਿੱਤਾ ਜਾਊਗਾ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ, ਪੂਰਨ ਤੌਰ ਤੇ ਜਿਸ ਤਰ੍ਹਾਂ ਕਹਿੰਦੇ ਕਿ ਹੱਥਾ ਕਰ ਦੇਣਾ ਆਪਣੇ ਹੀ ਖੇਤਰ ਦੇ ਵਿੱਚ, ਆਪਣੇ ਹੀ ਇਲਾਕੇ ਦੇ ਵਿੱਚ, ਤਾਂ ਉਹਦੇ ਸੰਬੰਧੀ ਇਹ ਗੱਲ ਹੋ ਸਕਦੀ ਆ। ਹਾਂ, ਉਦੋਂ ਦੇਖਣਾ ਪਏਗਾ। ਇਹ ਜਨਰਲ ਕੇ ਵਰਮਾ ਦੀ ਥਾਂ ਤੇ ਨਵਾਂ PRTC ਦਾ ਚੇਅਰਮੈਨ ਲਾਉਣਾ ਇਹ ਤਾਂ ਸੁਭਾਵਿਕ ਹੀ ਸੀ। ਜੇਕਰ ਅਫਸਰਸ਼ਾਹੀ ਪਿਛਲੇ ਦੌਰ 'ਚ ਜਿੰਨੇ DC ਜਾਂ SSP ਬਦਲ ਦਿੱਤੇ ਗਏ ਤਾਂ ਇਹ ਬਦਲਣਾ ਵੀ ਲਾਜ਼ਮੀ ਸੀ, ਇਹ ਪਤਾ ਸੀ ਕਿ ਇਹ ਕਾਰਵਾਈ ਹੋਣੀ ਹੈ। ਜੀ ਮਾਨ ਸਾਹਿਬ। ਸੋ ਸਰ ਇੱਕ ਹੋਰ ਖਬਰ ਲਈਏ ਮਨਪ੍ਰੀਤ ਇਆਲੀ ਬਾਰੇ। ਮਨਪ੍ਰੀਤ ਸਿੰਘ ਇਆਲੀ ਸਾਬਕਾ ਕੈਬਨਿਟ ਸ਼੍ਰੋਮਣੀ ਅਕਾਲੀ ਦਲ, ਉਹਨਾਂ ਦੇ ਉੱਪਰ ਇੱਕ ਰੇਡ ਹੋਈ ਸੀ IT ਦੀ। ਇਹ ਰੇਡ ਤਕਰੀਬਨ 36 ਘੰਟੇ ਚੱਲੀ ਤੇ ਰੇਡ ਦੇ ਵਿੱਚ 2.5 ਕਰੋੜ ਤੋਂ ਇਲਾਵਾ 2.5 ਕਰੋੜ ਰੁਪਇਆ ਨਗਦ ਤੋਂ ਇਲਾਵਾ ਕੁਝ ਕਾਗਜ਼ਾਤ ਜ਼ਬਤ ਕੀਤੇ ਗਏ ਨੇ, ਜਿਹੜੇ ਕਿ ਚਰਚਾਵਾਂ ਨੇ ਕਿ ਬੇਨਾਮੀ ਜਾਇਦਾਦ ਦੇ ਹੋ ਸਕਦੇ ਨੇ। ਸੋ ਕਿਵੇਂ ਦੇਖ ਰਹੇ ਹੋ ਇਸ ਰੇਡ ਨੂੰ? ਤੇ ਨਾਲ ਹੀ ਨਾਲ ਮੈਂ ਗੱਲ ਕਰਨੀ ਚਾਹੁੰਦਾਗਾ ਕਿ ਮਨਪ੍ਰੀਤ ਸਿੰਘ ਇਆਲੀ ਵੱਲੋਂ ਡਿਨਾਈ ਕੀਤਾ ਗਿਆ ਇਹ ਸਾਰੇ ਕੁਝ ਨੂੰ, ਵੀ ਸਾਡੇ ਕੋਲ ਕੋਈ ਪੈਸਾ ਨਹੀਂ ਫੜਿਆ ਗਿਆ, ਕਿਸੇ ਤਰ੍ਹਾਂ ਦੇ ਕੋਈ ਕਾਗਜ਼ਾਤ ਜ਼ਬਤ ਨਹੀਂ ਕੀਤੇ ਗਏ, ਲੇਕਿਨ ਨਾਲ ਉਹਨਾਂ ਨੇ ਇੱਕ ਹਵਾਲਾ ਵੀ ਦਿੱਤਾ ਵੀ ਇਸ ਤਰ੍ਹਾਂ ਦੀ ਰੇਡ ਤਾਂ ਮੇਰੇ ਘਰ 1999 ਦੇ ਵਿੱਚ ਵੀ ਹੋਈ ਸੀ ਤੇ ਉਦੋਂ ਵੀ ਮੇਰੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋ ਸਕੀ ਕਿਉਂਕਿ ਕੁਝ ਵੀ ਹੱਥ ਨਹੀਂ ਲੱਗਿਆ ਸੀ ਇਨਕਮ ਟੈਕਸ ਵਾਲਿਆਂ ਦੀ। ਕਿਵੇਂ ਦੇਖ ਰਹੇ ਹੋ? ਲੇਕਿਨ ਦੂਸਰੇ ਪਾਸੇ ਅਫਸਰ ਸਾਹਿਬਾਨ ਕਹਿ ਰਹੇ ਨੇ ਵੀ 2.5 ਕਰੋੜ ਰੁਪਏ ਨਗਦ ਫੜਿਆ ਗਿਆ ਉਹਨਾਂ ਦੇ ਅਲੱਗ-ਅਲੱਗ ਦਫ਼ਤਰਾਂ ਦੇ ਵਿੱਚੋਂ, ਘਰ ਦੇ ਵਿੱਚੋਂ, ਤੇ ਕੁਝ ਕਾਗਜ਼ਾਤ ਵੀ ਜ਼ਬਤ ਕੀਤੇ ਗਏ ਨੇ। ਕਿਵੇਂ ਦੇਖ ਰਹੇ ਹੋ 1999 ਦੀ ਰੇਡ ਨੂੰ ਤੇ ਕਿਵੇਂ ਦੇਖ ਰਹੇ ਹੋ ਇਸ ਸਮੇਂ ਦੀ ਰੇਡ ਨੂੰ? ਕੀ ਇਸ ਸਮੇਂ, ਕਿਉਂਕਿ ਉਸ ਸਮੇਂ ਸਰਕਾਰਾਂ ਹੋਰ ਸੀ, ਇਸ ਸਮੇਂ ਸਰਕਾਰਾਂ ਕੁਝ ਹੋਰ ਨੇ, ਮੂਡ ਕੁਝ ਹੋਰ ਨੇ, ਤੇ ਕਿਵੇਂ ਦੇਖ ਰਹੇ ਹੋ ਇਸ ਰੇਡ ਤੋਂ ਬਾਅਦ ਕੀ ਸਕੰਜਾ ਮਨਪ੍ਰੀਤ ਇਆਲੀ ਉੱਪਰ ਕੱਸਿਆ ਜਾਏਗਾ ਜਾਂ 1999 ਵਾਲਾ ਦੁਹਰਾਇਆ ਜਾਏਗਾ, ਫਿਰ ਤੋਂ ਪਾਕ ਸਾਫ਼ ਨਿਕਲ ਜਾਣਗੇ? ਦੇਖੋ, ਇਹੋ ਜਿਹੇ ਜਿਸ ਤਰ੍ਹਾਂ ਦੀ ਇਆਲੀ ਨੇ ਸਟੇਟਮੈਂਟ ਦਿੱਤੀ ਹੈ, ਉਹ ਜੀ ਸਟੇਟਮੈਂਟ ਅਜੇ ਤੋਂ 10 ਦਿਨ ਪਹਿਲਾਂ ਸੁਖਪਾਲ ਸਿੰਘ ਖਹਿਰਾ ਵੀ ਦਿੰਦਾ ਸੀ ਕਿ ਮੇਰੇ ਕੋਲ ਕੁਝ ਨਹੀਂ ਨਿਕਲਿਆ, ਇਸ ਤਰ੍ਹਾਂ ਹੋਇਆ, ਕੋਈ ਚੀਜ਼ ਨਹੀਂ ਹੋਈ। ਤੁਸੀਂ ED ਡਿਪਾਰਟਮੈਂਟ ਦੀ ਕਾਰਵਾਈ ਉੱਧਰ ਵੀ ਹੋਈ, ਸੁਖਪਾਲ ਖਹਿਰੇ ਵੱਲ ਵੀ, ਉਹ ਵੀ ਜੇਲ੍ਹ 'ਚ ਵੀ ਬੈਠਾ ਕਹਿੰਦਾ ਕਿ ਮੈਂ ਤਾਂ ਕੱਖ ਨਹੀਂ ਕੀਤਾ, ਮੈਂ ਨਿਰਦੋਸ਼ ਹਾਂ। ਅਗਲਿਆਂ ਨੇ 7 ਦਿਨ ਦਾ ਰਿਮਾਂਡ ਲੈ ਕੇ ਅੱਜ ਵੀਰਵਾਰ ਅੱਜ ਉਹਨੂੰ ਫਿਰ ਪੇਸ਼ ਕਰਨਾ, ਜਿਹੜਾ 7 ਦਿਨ ਦਾ ਰਿਮਾਂਡ ਅੱਜ ਖਤਮ ਹੋਣਾ, ਪਤਾ ਨਹੀਂ ਹੁਣ ED ਦਾ ਅਗਲਾ ਰੁਖ ਕੀ ਹੁੰਦਾ। ਤਾਂ ਸੋ ਮਨਪ੍ਰੀਤ ਇਆਲੀ ਦੀ ਇਹ ਸਟੇਟਮੈਂਟ ਠੀਕ ਆ ਕਿ ਕੁਝ ਨਹੀਂ ਲੱਭਾ, ਪਰ ਜਿਹੜੀ ਟੀਮ 36 ਘੰਟੇ ਉਹਦੇ ਘਰ ਜਿਹੜੀ ਤਲਾਸ਼ੀ ਚੱਲਦੀ ਰਹੀ ਇਨਕਮ ਟੈਕਸ ਡਿਪਾਰਟਮੈਂਟ ਦੀ, ਉਹ ਅਫਸਰ ਜਾਂ ਉਹ ਜਿਹੜੀ ਅਫਸਰਸ਼ਾਹੀ ਉਹ ਬੇਵਕੂਫ ਤਾਂ ਨਹੀਂ ਨਾ ਹੈਗੀ ਕਿ 36 ਘੰਟੇ ਬੈਠ ਕੇ ਚਾਹ ਦਾ ਕੱਪ ਪੀ ਕੇ ਤੇ ਮਨਪ੍ਰੀਤ ਸਿੰਘ ਇਆਲੀ ਦੇ ਘਰੋਂ ਚਲੀ ਗਈ ਹੋਵੇ। 2.5 ਕਰੋੜ ਰੁਪਈਆ ਉਹ ਨਗਦ ਕੈਸ਼ ਲੈ ਕੇ ਗਏ ਨੇ, ਦੂਜੇ ਹੋਰ ਡਾਕੂਮੈਂਟਸ ਉਹਨਾਂ ਨੇ ਸੀਜ਼ ਕੀਤੇ ਨੇ। ਔਰ ਦੂਜੇ ਪਾਸੇ ਇਆਲੀ ਸਾਹਿਬ ਪ੍ਰੈਸ ਨਾਲ ਕਾਨਫਰੰਸ ਕਰਦੇ ਕਿ ਇਹ ਸਾਡੀ ਜੱਦੀ ਪੁਸ਼ਤੀ ਜਾਇਦਾਦ ਆ। ਇਹ 1800 ਤੋਂ ਉਹਨਾਂ ਨੇ ਹਵਾਲਾ ਦਿੱਤਾ 1846-47 ਦਾ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੇ ਇੱਕ ਸਿਪਾ ਸਲਾਰ ਦਾ ਜਿਹੜਾ ਉਹਨਾਂ ਦੇ ਖਾਨਦਾਨ 'ਚੋਂ ਸੀ, ਤੇ ਜਿਹੜਾ ਪਿੰਡ ਉਹਨਾਂ ਨੇ ਵਸਾਇਆ ਤਾਂ ਉਸ ਪਿੰਡ ਦੇ ਆਧਾਰ ਤੇ ਕਹਿੰਦੇ ਸੀ ਜ਼ਮੀਨਾਂ ਸਾਡੀਆਂ ਹੀ, ਤੇ ਫਿਰ ਸ਼ਹਿਰੀ ਤੇ ਖੇਤਰ ਦੇ ਵਿੱਚ ਆਉਣ ਕਰਕੇ ਇਹ ਜ਼ਮੀਨਾਂ ਦੇ ਜਿਹੜੇ ਰੇਟ ਵਧੇ ਤਾਂ ਉਹ ਅਸੀਂ ਵੇਚੀਆਂ। ਬਹੁਤ ਕੁਝ ਉਹ ਆਪਣੀ ਪ੍ਰੈਸ ਕਾਨਫਰੰਸ ਦੇ ਦਰਮਿਆਨ ਇਹੋ ਜਿਹਾ ਕੁਝ ਬਿਆਨ ਵੀ ਕਰਦੇ ਪਏ ਸੀ ਕਿ ਜਿਹੜਾ ਉਹਨਾਂ ਦੇ ਮੂੰਹ ਚਾਨ ਚੱਕ, ਕਈ ਵਾਰੀ ਬੰਦਾ ਆਪਣਾ ਪੱਖ ਪੇਸ਼ ਕਰਨ ਲੱਗਿਆ ਕਈ ਕੁਝ ਇਹੋ ਜਿਹਾ ਬਿਆਨ ਕਰ ਜਾਂਦਾ ਜਿਹੜਾ ਉਸਨੇ ਬਿਆਨ ਨਹੀਂ ਕਰਨਾ ਹੁੰਦਾ। ਸੋ ਅਜਿਹੀਆਂ ਸਥਿਤੀਆਂ ਦੇ ਵਿੱਚ ਮਨਪ੍ਰੀਤ ਇਆਲੀ ਦਾ ਇੰਨੀ ਗੱਲ ਉਹ ਕਹਿ ਗਏ ਕਿ ਅਸੀਂ ਜੱਦੀ ਪੁਸ਼ਤੀ ਅਮੀਰ 1999 'ਚ ਵੀ ਰੇਡ ਹੋਇਆ ਸੀ, ਉਦੋਂ ਵੀ ਕੁਝ ਨਹੀਂ ਲੱਭਾ। ਠੀਕ ਆ, ਕੋਈ ਗੱਲ ਨਹੀਂ ਲੱਭਾ, ਜਿਨ੍ਹਾਂ ਨੇ ਲੱਭਣਾ ਉਹਨਾਂ ਨੇ ਲੱਭ ਹੀ ਲਿਆ। ਮੈਂ ਤਾਂ ਕੇਵਲ ਇੱਕ ਉਦਾਹਰਨ ਦਿੱਤੀ ਹੈ। ਇਹ ਤਾਂ ਸੁਖਪਾਲ ਸਿੰਘ ਖਹਿਰਾ ਵੀ ਕਹਿੰਦਾ ਸੀ ਕਿ ਹਾਂਜੀ ਮੇਰੇ ਘਰੋਂ ਮੈਂ ਤਾਂ ਬਿਲਕੁਲ ਨਿਰਦੋਸ਼ ਹਾਂ, ਮੇਰੇ ਘਰ ਪਹਿਲਾਂ ਵੀ ਹੋਇਆ ਰੇਡ। ਅਗਲਿਆਂ ਨੇ ਫਿਰ ਬੜੇ ਤਰੀਕੇ ਨਾਲ ਉੱਥੇ ਸੱਦਿਆ ਸੀ, ਸੱਦ ਕੇ ਬਿਆਨ ਲੈ ਕੇ ਤੇ ਫਿਰ ਅਗਲੇ ਕਹਿੰਦੇ ਆਓ ਚੱਲਦੇ ਹਾਂ, 7-8 ਦਿਨ ਵੇਖਦੇ ਫਿਰ ਗੱਲਬਾਤ ਕਰਦੇ ਹਾਂ। ਤਾਂ ਕੋਈ ਗੱਲ ਨਹੀਂ, ਮਨਪ੍ਰੀਤ ਇਆਲੀ ਹੁਣੀ ਜੇ ਨਿਰਦੋਸ਼ ਨਹੀਂ ਤਾਂ ਉਹਨਾਂ ਨੂੰ ਕੋਈ ਫਿਕਰ ਨਹੀਂ ਹੋਣਾ ਚਾਹੀਦਾ। ਹਾਂ, ਬਾਕੀ ਆਹ ਨਾ ਹੋਵੇ ਕਿ ਅਖੀਰ ਦੇ ਸਮੇਂ ਉਹ ਵੀ ਪਟੀਸ਼ਨ ਪਾ ਦੇਣ ਕਿ ਹਾਂਜੀ ਜੀ ਮਤਲਬ ਤੈਨੂੰ ਜਿਹੜੀ ਕੇਂਦਰ ਦੀ ਸਰਕਾਰ ਆ ਉਹ ਫਸਾ ਰਹੀ ਆ ਕਿਉਂਕਿ ਮੈਂ MLA ਮੈਨੂੰ ਇਸ ਪਾਸੇ ਤੱਕੜਾ, ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਕਰਾਉਣਾ ਚਾਹੁੰਦੇ ਜਾਂ ਭਾਜਪਾ 'ਚ ਸ਼ਾਮਲ ਕਰਾਉਣਾ ਚਾਹੁੰਦੇ ਆ। ਇਹੋ ਜਿਹੇ ਵੀ ਬਿਆਨਬਾਜ਼ੀ ਜੇ ਆਉਣਗੇ। ਬਾਕੀ ਮਾਨ ਸਾਹਿਬ ਸਥਿਤੀ ਇਹ ਆ, ਜਿਨ੍ਹਾਂ ਖਾਧੀਆਂ ਗਾਜਰਾਂ ਢਿੱਡ ਉਹਨਾਂ ਦੇ ਪੀੜ, ਜੇ ਐਵੇਂ ਰੇਡ ਐਵੇਂ ਤੇ ਨਹੀਂ ਹੁੰਦੇ, ਕੁਝ ਨਾ ਕੁਝ ਤਾਂ ਤੱਥ ਹੁੰਦੇ ਹੀ ਆ। ਇਹ ਰੇਡ ਬਾਕੀ ਤੁਹਾਡੇ ਜਾਂ ਮੇਰੇ ਵੱਲ ਕਿਉਂ ਨਹੀਂ ਹੋ ਜਾਂਦਾ, ਜਾਂ ਹੋਰ ਕੇ ਇੰਨੇ ਵਿਧਾਇਕ ਜਾਂ ਮੰਤਰੀ ਨੇ ਕਿਤੇ ਨਾ ਕਿਤੇ ਸੱਚ ਤਾਂ ਹੈ ਹੀ ਨਾ, ਇਹਨਾਂ ਝੂਠ ਵੀ ਨਹੀਂ। ਆਟੇ 'ਚ ਲੂਣ ਤਾਂ ਤੁਸੀਂ ਗੁੰਨ ਸਕਦੇ ਜੇ, ਇਕੱਲਾ ਲੂਣ ਨਹੀਂ ਜੇ ਗੁੰਨ ਸਕਦੇ। ਬਾਕੀ ਕੋਈ ਵੀ ਬੰਦਾ ਹੋਵੇ ਅਖੀਰ ਦੇ ਦਮ ਤੱਕ ਉਹਨੇ ਵੀ ਇਹ ਕਹਿਣਾ ਕਿ ਮੈਂ ਵੇਖੋ ਜੀ ਮੈਂ ਤਾਂ ਕੀਤਾ ਹੀ ਕੱਖ ਨਹੀਂ, ਸਾਡਾ ਤਾਂ ਹੈ ਹੀ ਕੁਝ ਨਹੀਂ, ਇਹ ਤਾਂ ਰਾਜਨੀਤਿਕ ਦਬਾਅ ਨੇ। ਸੋ ਮਨਪ੍ਰੀਤ ਇਆਲੀ ਦਾ ਜਿਹੜਾ ਅਸਲੀ ਸੱਚ ਹੈ ਉਹ ਆਉਂਦੇ ਦਿਨਾਂ 'ਚ ਸਾਹਮਣੇ ਆ ਜਾਵੇਗਾ। ਸੋਲੰਕੀ ਸਾਹਿਬ, ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਨੇ ਪੰਜਾਬ ਦੀਆਂ ਅਹਿਮ ਖਬਰਾਂ ਉੱਪਰ ਬਹੁਤ ਹੀ ਪਿਆਰਾ ਜਿਹਾ ਵਿਸ਼ਲੇਸ਼ਣ ਕੀਤਾ। ਉਮੀਦ ਹੈ ਸਾਡੇ ਦਰਸ਼ਕਾਂ ਨੂੰ ਇਹ ਵਿਸ਼ਲੇਸ਼ਣ ਜ਼ਰੂਰ ਪਸੰਦ ਆਇਆ ਹੋਵੇਗਾ। ਤੁਹਾਨੂੰ ਇਹ ਚਰਚਾ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੋਂ ਪੰਜਾਬ ਦੇ ਕੁਝ ਅਹਿਮ ਖਬਰਾਂ ਦਾ ਕਰਾਂਗੇ ਵਿਸ਼ਲੇਸ਼ਣ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਧੰਨਵਾਦ।